महात्मा ਦੇ ਚਲੇ ਜਾਣ ਤੋਂ ਬਾਅਦ ਆਪ ਵੀ ਇੱਥੋਂ ਅੱਗੇ ਚਲੇ ਗਏ। ਇੱਕ ਨਗਰ ਦੇ ਬਾਹਰ ਇੱਕ ਟਿੱਬਾ ਸੀ। ਉਸ ਟਿੱਬੇ 'ਤੇ ਇੱਕ ਕਰੀਰ ਦੀ ਛਾਂ ਹੇਠ ਬੈਠ ਗਏ। ਨੇੜੇ ਹੀ ਇੱਕ ਜ਼ਿਮੀਂਦਾਰ ਦਾ ਹਲ ਜੋੜਿਆ ਹੋਇਆ ਸੀ। ਜ਼ਿਮੀਂਦਾਰ ਹਲ ਵਾਹ ਰਿਹਾ ਸੀ ਤੇ ਕਲੀਆਂ ਗਾ ਰਿਹਾ ਸੀ। ਬਾਬਾ ਜੀ ਨੂੰ ਵੇਖ ਕੇ ਚੁੱਪ ਕਰ ਗਿਆ। ਉਸਨੂੰ ਚੁੱਪ ਵੇਖ ਕੇ ਆਪ ਕਹਿਣ ਲੱਗੇ, ਇੱਕ ਵਾਰੀ ਫਿਰ ਸੁਣਾ ਉਹ ਹੀਰ ਵਾਲੀ ਕੜੀ। ਤਾਂ ਉਸਨੇ ਫਿਰ ਉਹ ਸੁਣਾਈ। ਆਪ ਸੁਣ ਕੇ ਬਹੁਤ ਖੁਸ਼ ਹੋਏ। ਕਹਿਣ ਲੱਗੇ, ਫਿਰ ਸੁਣਾਇਓ। ਲਗਾਤਾਰ 3-4 ਵਾਰ ਸੁਣੀ। ਜਦੋਂ ਸੁਣ ਹਟੇ ਤਾਂ ਕੋਲ ਆ ਕੇ ਕਹਿਣ ਲੱਗਾ, ਸੰਤ ਜੀ ਤੁਹਾਨੂੰ ਹੀਰ ਦੀ ਕਲੀ ਬੜੀ ਚੰਗੀ ਲੱਗੀ। ਆਪ ਕਹਿਣ ਲੱਗੇ, ਹਾਂ ਉਹ ਵੀ ਆਸ਼ਿਕ ਹੈ। ਹੀਰ ਤੇ ਰਾਂਝਾ ਦੋਵੇਂ ਆਸ਼ਿਕ ਹੋਏ ਸਨ। ਉਸਨੇ ਸੁੱਤੇ ਸਿੱਧ ਹੀ ਪੁੱਛਿਆ, ਜੀ ਤੁਸੀਂ ਵੀ ਕਿਸੇ ਦੀ ਆਸ਼ਿਕ ਹੋ? ਕਹਿਣ ਲੱਗੇ, ਹਾਂ ਅਸੀਂ ਰੱਬ ਦੇ ਆਸ਼ਿਕ ਹਾਂ। ਇਸ ਤਰ੍ਹਾਂ ਬਚਨ ਕਰਨ ਤੋਂ ਬਾਅਦ ਉਹ ਜ਼ਿਮੀਂਦਾਰ ਹਲ ਛੱਡ ਕੇ ਕੋਲ ਆ ਗਿਆ। ਜਦੋਂ ਕੋਲ ਆਇਆ ਤਾਂ ਬਾਬਾ ਜੀ ਕਹਿਣ ਲੱਗੇ, ਤੂੰ ਘਰ ਪਹੁੰਚ। ਉਸਨੇ ਕਿਹਾ, ਜੀ ਮੈਂ ਘਰੋਂ ਸਵੇਰੇ ਹੀ ਆਇਆ ਹਾਂ। ਆਪ ਕਹਿਣ ਲੱਗੇ, ਤੇਰੇ ਘਰ ਬੱਚਾ ਬੱਚੀ ਹੋਣ ਵਾਲਾ ਹੈ ਨਾ, ਘਰ ਤੇਰੀ ਲੋੜ ਹੈ। ਉਹ ਹੈਰਾਨ ਹੋ ਕੇ ਕਹਿਣ ਲੱਗਾ, ਤੁਹਾਨੂੰ ਕਿਵੇਂ ਪਤਾ? ਬਾਬਾ ਜੀ ਚੁੱਪ ਰਹੇ। ਜ਼ਿਮੀਂਦਾਰ ਛੇਤੀ ਨਾਲ ਹਲ ਲੈ ਕੇ ਘਰ ਪਹੁੰਚ ਗਿਆ। ਘਰ ਵਾਲੀ ਨੂੰ ਕਾਫੀ ਤਕਲੀਫ ਸੀ। ਉਸ ਵੇਲੇ ਉਸਨੇ ਦਾਈ ਨੂੰ ਬੁਲਾ ਕੇ ਜੋ ਇਲਾਜ ਹੋ ਸਕਦਾ ਸੀ ਕੀਤਾ, ਪਰ ਜਦੋਂ ਕੁਝ ਆਰਾਮ ਨਾ ਆਇਆ ਤੇ ਤਕਲੀਫ ਵੱਧ ਗਈ ਤਾਂ ਮਨ ਵਿੱਚ ਵਿਚਾਰ ਕੀਤੀ ਕਿ ਉਹਨਾਂ ਸੰਤਾਂ ਕੋਲ ਚੱਲੀਏ। ਉਹ ਉਸੇ ਵੇਲੇ ਬਾਬਾ ਜੀ ਪਾਸ ਪਹੁੰਚਿਆ। ਸਾਰੀ ਤਕਲੀਫ ਦੱਸੀ। ਆਪ ਕਹਿਣ ਲੱਗੇ, ਅੱਛਾ ਜਾ ਗੁਰੂ ਭਲੀ ਕਰੇਗਾ। ਉਸਨੂੰ ਧੀਰਜ ਨਾ ਆਵੇ। ਬਾਬਾ ਜੀ ਨੇ ਬਹੁਤ ਪਿਆਰ ਨਾਲ ਕਿਹਾ, ਹੁਣ ਤੂੰ ਘਰ ਜਾ, ਤੇਰਾ ਕੰਮ ਸ਼ੁੱਧ ਹੈ। ਸੋ ਉਹ ਤੁਰਤਾ ਪਿਆ। ਜਿਸ ਵੇਲੇ ਘਰ ਪਹੁੰਚਿਆ ਤਾਂ ਆਉਂਦੇ ਹੀ ਦਾਈ ਨੇ ਵਧਾਈ ਦਿੱਤੀ ਤੇ ਕਿਹਾ, ਲੜਕਾ ਹੋਇਆ ਹੈ। ਉਸ ਤੋਂ ਬਾਅਦ ਜ਼ਿਮੀਂਦਾਰ ਫਿਰ ਬਾਬਾ ਜੀ ਪਾਸ ਪਹੁੰਚਿਆ ਤੇ ਸਾਰੀ ਵਿਥਿਆ ਦੱਸੀ। ਬਾਬਾ ਜੀ ਕਹਿਣ ਲੱਗੇ, ਤੇਰਾ ਕੰਮ ਹੋ ਗਿਆ ਹੈ, ਜਾਂ ਮੌਜ ਕਰ। ਜੇ ਮੇਰੇ ਲਾਇਕ ਕੋਈ ਜਲ ਪਾਣੀ ਦੀ ਸੇਵਾ ਬਖਸ਼ੋ। ਬਾਬਾ ਜੀ ਕਹਿਣ ਲੱਗੇ, ਦੁੱਧ ਛਕਦੇ ਹੁੰਦੇ ਹਾਂ, ਜੇ ਤੇਰੇ ਘਰ ਹੈ ਤਾਂ ਲਿਆ। ਇਹ ਸੁਣ ਕੇ ਘਰ ਆਇਆ ਤੇ ਜਿਤਨਾ ਕੁ ਦੁੱਧ ਸੀ ਲੈ ਕੇ ਬਾਬਾ ਜੀ ਪਾਸ ਪਹੁੰਚ ਗਿਆ। ਦੁੱਧ ਆਪਨੇ ਛਕ ਲਿਆ। ਛਕਣ ਤੋਂ ਬਾਅਦ ਪੁੱਛਣ ਲੱਗੇ, ਤੇਰਾ ਕਾਰੋਬਾਰ ਕਿਹੋ ਜਿਹਾ ਚੱਲਦਾ ਹੈ? ਉਸਨੇ ਕਿਹਾ, ਮਾੜਾ ਮੋਟਾ ਹੀ ਹੈ, ਗੁਜ਼ਾਰਾ ਚੱਲਦਾ ਹੈ। ਆਪ ਕਹਿਣ ਲੱਗੇ, ਤਕੜਾ ਹੋ, ਹੌਸਲਾ ਕਰ, ਜਿਸਨੇ ਪੈਦਾ ਕੀਤਾ ਹੈ ਉਹ ਰੋਜੀ ਵੀ ਦਿੰਦਾ ਹੈ। ਉਸਨੇ ਬੇਨਤੀ ਕੀਤੀ, ਜੀ ਮੇਰੇ ਲਈ ਕੋਈ ਹੋਰ ਸੇਵਾ? ਆਪ ਕਹਿਣ ਲੱਗੇ, ਅਸੀਂ ਕੁਝ ਦਿਨ ਇੱਥੇ ਟਿਕਣਾ ਹੈ। ਇਸ ਕਰੀਰ ਦੇ ਆਲੇ ਦੁਆਲੇ ਸਾਨੂੰ ਇੱਕ ਛੱਪਰੀ ਬੰਨ੍ਹ ਦੇ। ਉਸਨੇ ਕੁਝ ਦਿਨਾਂ ਵਿੱਚ ਸਰ ਤੇ ਕਾਨਾਂ ਵਗੈਰਾ ਲਿਆ ਕੇ ਛੱਪਰੀ ਬੰਨ੍ਹ ਦਿੱਤੀ। ਫਿਰ ਉਸਨੂੰ ਕਹਿਣ ਲੱਗੇ, ਹੁਣ ਅਸੀਂ ਕੁਝ ਦਿਨ ਇਸ ਵਿੱਚ ਠਹਿਰਾਂਗੇ। ਇੱਕ ਘੜਾ ਪਾਣੀ ਦਾ ਭਰ ਕੇ ਲਿਆ ਦੇ ਤੇ ਇੱਕ ਰੋਟੀ ਸਵੇਰੇ ਦੁੱਧ ਦੇ ਨਾਲ ਲਿਆ ਦਿਆ ਕਰ। ਹੋਰ ਅੱਗੇ ਪਿੱਛੇ ਤੂੰ ਸਾਡੇ ਕੋਲ ਨਹੀਂ ਆਉਣਾ। ਤੂੰ ਪਿੰਡ ਵਿੱਚ ਸਾਡੇ ਬਾਰੇ ਕੋਈ ਗੱਲ ਨਹੀਂ ਕਰਨੀ। ਇਸ ਤਰ੍ਹਾਂ ਕੁਝ ਸਮਾਂ ਉਸਦੇ ਖੇਤ ਵਿੱਚ ਗੁਜ਼ਾਰਿਆ। ਇੱਕ ਦਿਨ ਉਹ ਜ਼ਿਮੀਂਦਾਰ ਆਪਣੇ ਘਰ ਵਿੱਚ ਪਸ਼ੂ ਬੰਨ੍ਹਣ ਲਈ ਕਿੱਲੇ ਵਾਸਤੇ ਥਾਂ ਪੁੱਟ ਰਿਹਾ ਸੀ। ਅਚਾਨਕ ਹੀ ਗੰਧਾਲਾ ਜ਼ਮੀਨ ਵਿੱਚ ਕਿਸੇ ਚੀਜ਼ ਨਾਲ ਟਕਰਾਇਆ। ਜਦੋਂ ਉਸਨੇ ਹੱਥ ਪਾ ਕੇ ਦੇਖਿਆ ਤਾਂ ਢੱਕਣ ਵਰਗੀ ਕੋਈ ਚੀਜ਼ ਜਾਪੀ। ਉਸਨੇ ਕਹੀ ਲੈ ਕੇ ਟੋਆ ਪੁੱਟਿਆ ਤਾਂ ਉਸ ਵਿੱਚੋਂ ਇੱਕ ਬਰਤਨ ਮਿਲਿਆ ਜਿਸ ਵਿੱਚ ਰੁਪਈਏ ਸਨ। ਘਰ ਵਿੱਚ ਬੜੀ ਖੁਸ਼ੀ ਹੋਈ। ਅਗਲੇ ਦਿਨ ਸਵੇਰੇ ਬਾਬਾ ਜੀ ਪਾਸ ਰੋਟੀ ਤੇ ਦੁੱਧ ਲੈ ਕੇ ਗਿਆ ਤਾਂ ਬਾਬਾ ਜੀ ਨੇ ਪੁੱਛਿਆ, ਭਾਈ ਮੁੰਡੇ ਦਾ ਨਾਮ ਕੀ ਰੱਖਿਆ ਹੈ? ਉਸਨੇ ਕਿਹਾ, ਤੁਸੀਂ ਹੀ ਰੱਖ ਦਿਓ। ਆਪ ਕਹਿਣ ਲੱਗੇ, ਮੁੰਡੇ ਦਾ ਨਾਮ ਤਾਂ ਅਸੀਂ ਕੱਲ੍ਹ ਹੀ ਰੱਖ ਦਿੱਤਾ ਸੀ, ਜਦੋਂ ਤੈਨੂੰ ਰੁਪਈਏ ਲੱਭੇ ਸਨ, ਉਦੋਂ ਰੱਖਿਆ। ਉਸਨੇ ਹੈਰਾਨ ਹੋ ਕੇ ਪੁੱਛਿਆ, ਜੀ ਉਦੋਂ ਕਿਹੜਾ ਨਾਮ ਰੱਖਿਆ ਹੈ? ਆਪ ਕਹਿਣ ਲੱਗੇ, ਜਿਸ ਦੇ ਆਏ ਤੋਂ ਧਨ ਆ ਗਿਆ ਹੈ। ਇਹ ਗੱਲ ਸੁਣ ਕੇ ਉਸਨੇ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਆਪ ਬੋਲੇ, ਅੱਛਾ ਹੁਣ ਸਾਡੀ ਤਿਆਰੀ ਹੈ। ਉਸਨੇ ਕਿਹਾ, ਕੁਝ ਦਿਨ ਤਾਂ ਹੋਰ ਠਹਿਰੋ। ਆਪ ਬੋਲੇ, ਹੁਣ ਨਹੀਂ ਰਹਿਣਾ। ਤੂੰ ਲੋਕਾਂ ਕੋਲ ਕੋਈ ਗੱਲ ਕਰੇਂਗਾ, ਲੋਕੀ ਸਾਨੂੰ ਆ ਕੇ ਔਖਿਆਂ ਕਰਨਗੇ। ਤੇਰਾ ਕੰਮ ਹੋ ਗਿਆ, ਹੁਣ ਸਭ ਠੀਕ ਹੈ। ਇੱਕ ਦਿਨ ਆਪ ਕਿਸੇ ਰਸਤੇ ਜਾ ਰਹੇ ਸਨ। ਇੱਕ ਜ਼ਿਮੀਂਦਾਰ ਹਲ ਜੋੜ ਕੇ ਆਪਣੇ ਖੇਤ ਨੂੰ ਜਾ ਰਿਹਾ ਸੀ। ਰਸਤੇ ਵਿੱਚ ਬਾਬਾ ਜੀ ਨਾਲ ਮਿਲਾਪ ਹੋ ਗਿਆ। ਉਸਨੇ ਬਲਦ ਰੋਕ ਕੇ ਨਮਸਕਾਰ ਕੀਤੀ। ਆਪ ਜੀ ਨੇ ਪੁੱਛਿਆ, ਕਿਉਂ ਬਈ ਪ੍ਰੇਮੀ, ਤੂੰ ਅੱਜ ਬੜੀ ਦੇਰ ਨਾਲ ਘਰੋਂ ਆਇਆ? ਹੋਰ ਲੋਕ ਤਾਂ ਕਦੋਂ ਦੇ ਆਪਣੇ ਖੇਤ ਪਹੁੰਚ ਚੁੱਕੇ ਹਨ। ਉਹ ਬੋਲਿਆ, ਜੀ ਘਰ ਵਿੱਚ ਕੋਈ ਤਕਲੀਫ ਹੈ, ਇਕੱਲਾ ਬੰਦਾ ਹਾਂ, ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਹਨ। ਭਾਵੇਂ ਕਿਤਨੀ ਵੀ ਕਾਹਲੀ ਕਰ ਲਵਾਂ, ਮੱਲੋ ਮੱਲੀ ਕਵੇੜਾ ਹੋ ਜਾਂਦਾ ਹੈ। ਉਸਦੀ ਇਹ ਗੱਲ ਕਰਦੇ ਬਾਬਾ ਜੀ ਤਾਂ ਇੱਕ ਬ੍ਰਿਛ ਹੇਠਾਂ ਜਾ ਬੈਠੇ। ਪਤਾ ਨਹੀਂ ਉਹਦੇ ਚਿੱਤ ਵਿੱਚ ਕੀ ਵਿਚਾਰ ਆਇਆ। ਉਸਨੇ ਬਲਦਾਂ ਦੇ ਗਲੋਂ ਪੰਜਾਲੀ ਲਾ ਦਿੱਤੀ। ਉਹਨਾਂ ਨੂੰ ਛੱਡ ਕੇ ਬਾਬਾ ਜੀ ਕੋਲ ਆ ਕੇ ਬੈਠ ਗਿਆ। ਆਪ ਵੇਖ ਕੇ ਬੋਲੇ, ਤੂੰ ਬਈ ਜਾ ਕੇ ਆਪਣਾ ਕੰਮ ਕਰ, ਇੱਥੇ ਬੈਠ ਕੇ ਕੀ ਕਰਾਂਗਾ? ਉਸਨੇ ਹੱਥ ਜੋੜੇ ਤੇ ਨਮਸਕਾਰ ਕਰਕੇ ਕਿਹਾ, ਮਹਾਰਾਜ ਮੇਰਾ ਚਿੱਤ ਤੁਹਾਡੇ ਕੋਲ ਬੈਠ ਕੇ ਦਰਸ਼ਨ ਕਰਨ ਨੂੰ ਕਰਦਾ ਹੈ, ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ। ਇਸ ਤਰ੍ਹਾਂ ਬੇਨਤੀ ਕਰਕੇ ਬੈਠਾ ਰਿਹਾ। ਬਾਬਾ ਜੀ ਅਡੋਲ ਆਪਣੇ ਆਸਣ ਉੱਤੇ ਜਾ ਬਿਰਾਜੇ। ਮਹਾਂਪੁਰਖ ਦੇ ਦਰਸ਼ਨ ਦਾ ਪ੍ਰਭਾਵ ਜੀਵ ਦੇ ਮਨ ਉੱਤੇ ਉਦੋਂ ਪੈਂਦਾ ਹੈ ਜਦੋਂ ਵੀ ਪੁਰਬਲਾ ਪੁੰਨ ਜਾਗਦਾ ਹੈ। ਇਸ ਤਰ੍ਹਾਂ ਬਹੁਤ ਦੇਰ ਤੱਕ ਬੈਠਾ ਦਰਸ਼ਨ ਕਰਦਾ ਰਿਹਾ। ਜਿਵੇਂ ਦਰਸ਼ਨ ਕਰਦਾ ਰਿਹਾ, ਚਿੱਤ ਵਿੱਚ ਪ੍ਰੇਮ ਆਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਦਿਓ ਤਾਂ ਘਰ ਜਾ ਕੇ ਕੁਝ ਪ੍ਰਸ਼ਾਦਾ ਤਿਆਰ ਕਰ ਲਿਆਵਾਂ।
ਬਾਬਾ ਜੀ ਨੇ ਬਚਨ ਕੀਤਾ, ਬਈ ਤੇਰੀ ਮਰਜ਼ੀ ਹੈ, ਦੇਖ ਲੈ। ਉਹ ਬੋਲਿਆ, ਜੀ ਮੈਨੂੰ ਸੇਵਾ ਦਾ ਮੌਕਾ ਦਿਓ। ਬਾਬਾ ਜੀ ਨੇ ਕਿਹਾ, ਤੂੰ ਆਪਣਾ ਕੰਮ ਵੀ ਅੱਜ ਨਹੀਂ ਕੀਤਾ। ਉਹ ਆਗਿਆ ਲੈ ਕੇ ਘਰ ਚਲਾ ਗਿਆ। ਘਰੋਂ 2 ਪ੍ਰਸ਼ਾਦੇ ਮਿੱਸੇ ਤੇ ਕੁਝ ਮੱਖਣ ਲੈ ਕੇ ਆਇਆ, ਅੱਗੇ ਰੱਖ ਕੇ ਬੋਲਿਆ, ਲਓ ਜੀ ਛਕੋ। ਬਾਬਾ ਜੀ ਨੇ 1 ਪ੍ਰਸ਼ਾਦਾ ਤੇ ਕੁਝ ਮੱਖਣ ਲੈ ਕੇ ਛਕਣ ਤੋਂ ਬਾਅਦ ਉਸਨੂੰ ਕਿਹਾ, ਇੱਕ ਤੂੰ ਖਾ ਲੈ। ਉਸਨੇ ਬਚਨ ਮੰਨ ਕੇ ਅੱਧਾ ਪ੍ਰਸ਼ਾਦਾ ਛਕ ਲਿਆ ਤੇ ਬੋਲਿਆ, ਅੱਧਾ ਪ੍ਰਸ਼ਾਦਾ ਘਰ ਲੈ ਕੇ ਜਾਊਂਗਾ। ਬਾਬਾ ਜੀ ਨੇ ਪੁੱਛਿਆ, ਘਰ ਦਾ ਕੋਈ ਕੰਮ ਤੂੰ ਅੱਜ ਨਹੀਂ ਕੀਤਾ? ਉਹ ਬੋਲਿਆ, ਜੀ ਜ਼ਮੀਨ ਸੁੱਕੀ ਪਈ ਹੈ, ਇਸ ਨੂੰ ਵਾਹ ਕੇ ਕੀ ਕਰਾਂਗੇ? ਮੀਂਹ ਪਵੇ ਤਾਂ ਵਾਹੁਣ ਬੀਜਣ ਦਾ ਫਾਇਦਾ ਹੈ। ਹੁਣ ਘਰ ਨੂੰ ਜਾਂਦਾ ਹਾਂ। ਉਹ ਬਲਦ ਲੈ ਕੇ ਘਰ ਗਿਆ। ਪਿਛਲੇ ਪੈਰ ਕੁਝ ਦੁੱਧ ਲੈ ਕੇ ਆ ਗਿਆ। ਬਾਬਾ ਜੀ ਨੇ ਪੁੱਛਿਆ, ਕੀ ਲਿਆਂਦਾ ਹੈ? ਉਸਨੇ ਕਿਹਾ, ਜੀ ਦੁੱਧ ਹੈ, ਪੀ ਲਵੋ। ਬਾਬਾ ਜੀ ਦੁੱਧ ਵਰਤਣ ਤੋਂ ਬਾਅਦ ਉਸਨੂੰ ਬੋਲੇ, ਤੇਰੇ ਘਰ ਕੀ ਲਵੇਰਾ ਹੈ? ਉਸਨੇ ਕਿਹਾ, ਜੀ 2 ਮੱਝਾਂ ਹਨ, ਇੱਕ ਦੁੱਧ ਦਿੰਦੀ ਹੈ। ਬਾਬਾ ਜੀ ਨੇ ਪੁੱਛਿਆ, ਪਰਿਵਾਰ ਬਾਲ ਬੱਚਾ? ਉਸਨੇ ਕਿਹਾ, ਜੀ ਇੱਕ ਲੜਕੀ ਹੈ। ਬਾਬਾ ਜੀ ਨੇ ਪੁੱਛਿਆ, ਤੇਰੇ ਘਰੋਂ? ਇਤਨੀ ਗੱਲ ਸੁਣ ਕੇ ਉਹ ਰੋਣ ਲੱਗ ਪਿਆ। ਆਪ ਜੀ ਨੇ ਪੁੱਛਿਆ, ਸੁੱਖ ਤਾਂ ਹੈ? ਉਸਨੇ ਰੋਂਦੇ ਹੋਏ ਨੇ ਪੱਲੇ ਨਾਲ ਅੱਖਾਂ ਪੂੰਝ ਕੇ ਦੱਸਿਆ, ਜੀ ਉਹ ਤਾਂ ਬਿਮਾਰ ਹੈ, ਬਸ ਅੱਜ ਜਾਂ ਸਵੇਰੇ। ਇਤਨੀ ਗੱਲ ਕਰਨ ਦੀ ਦੇਰ ਸੀ ਕਿ ਉਹ ਫੇਰ ਰੋ ਪਿਆ। ਇੰਨਾ ਰੋਇਆ ਕਿ ਬਹਿ ਵੀ ਨਾ ਸਕਿਆ, ਲੰਮੇ ਹੀ ਪੈ ਗਿਆ। ਆਪ ਨੇ ਧੀਰਜ ਦਿੱਤਾ, ਹੱਸ ਕੇ ਬੋਲੇ, ਹੌਸਲਾ ਕਰ ਭਾਈ, ਕਿਹੜੀ ਗੱਲ ਤੋਂ ਚਿੱਤ ਡੁਲਾ ਲਿਆ ਈ? ਉਸ ਦਾ ਰੋਗ ਹੁਣ ਜਲਦੀ ਹਟ ਜਾਏ, ਰਾਜੀ ਹੋਣ ਦਾ ਸਮਾਂ ਫਿਰ ਆ ਗਿਆ ਈ। ਰੋਟੀ ਇੱਕ ਜੋ ਮਿਲੀ ਸੀ ਦੁੱਧ ਤਾਏ, ਅੱਧਾ ਹਿੱਸਾ ਤੂੰ ਆਪ ਹੀ ਖਾ ਲਿਆ ਈ। ਬਾਕੀ ਰਿਹਾ ਜੋ ਉਸਨੂੰ ਖਵਾਲ ਦੇ ਤੂੰ, ਰੋਗ ਸਮਝ ਲੈ ਝੱਟ ਗੁਆ ਲਿਆ ਈ। ਇੱਥੋਂ ਮੁੜ ਕੇ ਉਹ ਜ਼ਿਮੀਂਦਾਰ ਕੁਝ ਪ੍ਰਸ਼ਾਦ ਆਦਿ ਲੈ ਕੇ ਗਿਆ। ਜਿਸ ਵੇਲੇ ਉਹ ਉੱਥੇ ਪਹੁੰਚਿਆ ਤਾਂ ਆਪ ਇੱਥੋਂ ਕਿਤੇ ਹੋਰ ਜਗ੍ਹਾ ਚਲੇ ਗਏ ਸਨ। ਘਰ ਵਿੱਚ ਆਏ ਸਾਧੂ ਮਹਾਂਪੁਰਖ ਨੂੰ ਪ੍ਰਸ਼ਾਦਾ ਛਕਾਉਣਾ, ਪ੍ਰੇਮ ਨਾਲ ਆਪਣੀ ਸਮਰੱਥਾ ਮੁਤਾਬਿਕ 1 ਬੁਰਕੀ ਅੰਨ ਦੀ ਤੇ 1 ਘੁੱਟ ਪਾਣੀ ਦਾ ਵੀ ਪਿਲਾ ਦੇਵੇ। ਜੇ ਇੱਕ ਮਹਾਂਪੁਰਖ ਇੱਕ ਵਾਰ ਕਿਸੇ ਘਰੋਂ ਭੋਜਨ ਕਰ ਜਾਏ ਤਾਂ ਉਸ ਘਰੋਂ 3 ਲੋਕਾਂ ਦੇ ਜੀਵ ਅਤੇ ਦੇਵਤੇ ਸਿੱਧ ਸਭ ਪ੍ਰਕਾਰ ਦੇ ਲੋਕਾਂ ਨੂੰ ਭੋਜਨ ਕਰਵਾਉਣ ਦਾ ਫਲ ਮਿਲ ਜਾਂਦਾ ਹੈ। ਇਹ ਹੈ ਮਹਾਂਪੁਰਖਾਂ ਦੀ ਸੇਵਾ ਦਾ ਫਲ। ਉਸ ਦੀ ਰਸਨਾ 'ਤੇ ਜੋ ਅੰਨ ਲੱਗਦਾ ਹੈ ਉਹ ਵਾਹਿਗੁਰੂ ਨੂੰ ਮਿਲਦਾ ਹੈ ਅਤੇ ਵਾਹਿਗੁਰੂ ਸਰਬ ਵਿਆਪੀ ਹੋਣ ਕਰਕੇ ਉਹ ਪਦਾਰਥ ਸਭ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਕ ਸਮੇਂ ਦੌਰਾਨ ਆਪ ਕਿਤੇ ਇਕਾਂਤ ਜਗ੍ਹਾ ਦੇਖ ਕੇ ਉੱਥੇ ਟਿਕ ਗਏ। ਆਪ ਹੀ ਦੱਸਦੇ ਸਨ ਕਿ ਇੱਕ ਬੜੀ ਪੁਰਾਣੀ ਝਿੜੀ ਸੀ, ਬਹੁਤ ਲੰਮੀ ਤੇ ਚੌੜੀ। ਸੰਘਣੇ ਵਾਣ, ਕਰੀਰ ਤੇ ਹੋਰ ਦਰੱਖਤ ਸਨ। ਇੱਥੇ 1 ਸਾਲ ਟਿਕੇ ਰਹੇ। ਵਿਚਾਲੇ ਇੱਕ ਪਾਣੀ ਦਾ ਛੱਪੜ ਸੀ ਜਿਹੜਾ ਮੀਂਹ ਦੇ ਪਾਣੀ ਨਾਲ ਭਰ ਜਾਂਦਾ ਸੀ। ਕਈ ਪਿੰਡ ਉਸ ਤੋਂ ਦੂਰ ਸਨ। ਜਦੋਂ ਕਿਤੇ ਚਿੱਤ ਮੰਨੇ ਕਿਸੇ ਨਗਰ ਵਿੱਚ ਜਾਣਾ, ਜੋ ਮਿਲੇ ਲੋੜ ਅਨੁਸਾਰ ਲੈ ਆਉਣਾ, ਫਿਰ ਥੋੜ੍ਹਾ ਥੋੜ੍ਹਾ ਉਹਦੇ ਵਿੱਚੋਂ ਰੋਜ਼ ਛਕਦੇ ਰਹਿਣਾ। ਕਿੰਨਾ ਚਿਰ ਸਿਰਫ ਇੱਕ ਅੰਨ ਦੀ ਬੁਰਕੀ ਉੱਤੋਂ ਘੁੱਟ ਪਾਣੀ ਦਾ ਪੀ ਲੈਣਾ ਤੇ ਆਨੰਦ ਵਿੱਚ ਰਹਿਣਾ। ਜਿਸਨੇ ਵੀ ਪ੍ਰਾਪਤੀ ਕੀਤੀ ਹੈ ਕਮਾਈ ਕਰਕੇ, ਕਮਾਈ ਤੋਂ ਬਿਨਾਂ ਬਖਸ਼ਿਸ਼ ਨਹੀਂ ਮਿਲਦੀ। ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਇਤਨੀ ਕਠਿਨ ਕਮਾਈ ਕਰਕੇ ਤੇ ਫਿਰ ਆਪਣੇ ਆਪ ਨੂੰ ਛੁਪਾ ਕੇ ਵੀ ਰੱਖਿਆ, ਇਹੋ ਜਿਹੇ ਥਾਂ ਆਸਣ ਲਾਇਆ ਕੋਈ ਜਾਣ ਹੀ ਨਾ ਸਕਿਆ। ਜਿੱਥੇ ਟਿਕੇ ਉੱਥੇ ਵੀ ਵਿਰਲੇ ਹੀ ਪ੍ਰੇਮੀ ਦਰਸ਼ਨ ਕਰਨ ਆਉਂਦੇ ਸਨ। ਕਿਸੇ ਨੂੰ ਖਾਸ ਪਤਾ ਨਹੀਂ ਲੱਗਣ ਦਿੱਤਾ। ਪਰ ਹਾਂ, ਜੋ ਬਚਨ ਮੰਨ ਕੇ ਬਹਿ ਗਿਆ ਉਸਨੇ ਸਭ ਕੁਝ ਪ੍ਰਾਪਤ ਵੀ ਕਰ ਲਿਆ, ਪਰ ਸੰਸਾਰ ਵਿੱਚ ਇਉਂ ਰਹੇ ਜਿਵੇਂ ਕੋਈ ਸਮਝ ਹੀ ਨਾ ਸਕੇ। ਸੀਰੀਏ ਵਾਲੇ ਪਿੰਡ ਦੇ ਚੜ੍ਹਦੇ ਪਾਸੇ ਬਾਰ-ਬਾਰ ਇੱਕ ਬੇਰੀ ਸੀ। ਉਹਦੇ ਹੇਠਾਂ ਨਿਵਾਸ ਕੀਤਾ। ਕਈ ਪ੍ਰੇਮੀ ਦਰਸ਼ਨ ਕਰਨ ਆਉਂਦੇ ਰਹੇ। ਇੱਥੇ ਜਿਨ੍ਹਾਂ ਪ੍ਰੇਮੀਆਂ ਨੇ ਸੇਵਾ ਕੀਤੀ ਉਹ 3 ਬਾਹਮਣ ਭਰਾ ਸਨ। 2 ਰਾਮਗੜੀਏ ਭਾਵ ਮਿਸਤਰੀ ਸਨ, ਰੁੜੀਆ ਰਾਮ, ਹਰਨਾਮ ਤੇ ਛੋਟਾ ਤੁਲਸੀ। ਇਹ 3 ਬਾਹਮਣ ਸਨ। ਕੰਗੇ ਘਾੜਾ ਕਾਹਨ ਸਿੰਘ ਵੱਡਾ, ਫੁੱਲਾ ਸਿੰਘ ਕਵੀਸ਼ਰ ਛੋਟਾ। ਇਹਨਾਂ ਦਾ ਪਿੱਛਾ ਮਾਝੇ ਦਾ ਹੋਣ ਕਰਕੇ ਮਝੈਲ ਕਹਿੰਦੇ ਸਨ। ਨਾਨਕੀ ਢੇਰੀ 'ਤੇ ਰਹਿੰਦੇ ਸਨ। ਇੱਥੇ ਤਕਰੀਬਨ ਚੇਤ ਦੇ ਮਹੀਨੇ ਆਏ। ਢਿਲਵਾਂ ਦੇ ਖੇਤ ਵਿੱਚ ਰਹੇ। ਪ੍ਰੇਮੀਆਂ ਛੱਪਰੀ ਬੰਨ੍ਹ ਦਿੱਤੀ। ਉੱਪਰ ਦੱਸੇ ਹੋਏ ਪ੍ਰੇਮੀਆਂ ਵਿੱਚੋਂ ਕੋਈ ਪ੍ਰਸ਼ਾਦਾ ਪਾਣੀ ਦੇ ਜਾਂਦਾ। ਇੱਥੇ ਬਾਬਾ ਜੀ ਕੋਲ ਪਿੱਤਲ ਦੀ ਬਾਟੀ ਸੀ। ਸਭ ਕਿਸਮ ਦੇ ਭੋਜਨ ਉਸੇ ਵਿੱਚ ਇਕੱਠਾ ਕਰਕੇ ਛਕ ਲੈਂਦੇ ਸਨ। ਹਰ ਵਕਤ ਮੂੰਹ ਉੱਤੇ ਕੱਪੜਾ ਰੱਖਣਾ, ਕਿਸੇ ਨਾਲ ਕੋਈ ਖਾਸ ਗੱਲ ਨਹੀਂ ਕਰਨੀ। ਹੋਰ ਕੋਈ ਨਗਰ ਵਾਲਿਆਂ ਨੇ ਜੇ ਕਿਤੇ ਕੋਈ ਗੱਲ ਕਰਨੀ, ਕਿਤੇ ਕੋਈ ਉੱਤਰ ਦੇ ਦੇਣਾ, ਕਿਤੇ ਚੁੱਪ ਹੀ ਰਹਿਣਾ। ਬੇਪਰਵਾਹੀ ਰਹਿੰਦੇ ਸਨ। ਬਾਬਾ ਜੀ ਕੋਲ ਇੱਕ ਮਹਿਰਾ ਪਾਣੀ ਲੈ ਕੇ ਆਉਂਦਾ ਸੀ। ਉਸਨੇ ਕਿਤੇ ਪਾਣੀ ਲੈ ਕੇ ਆਏ ਨੇ ਕੀ ਵੇਖਿਆ ਕਿ ਸੰਤ ਸਰੀਰ ਛੱਡ ਗਏ ਹਨ। ਅਸਲ ਵਿੱਚ ਆਪ ਪਏ ਹੋਏ ਹੀ ਸਮਾਧੀ ਲੀਨ ਸਨ। ਉਸਨੇ ਵੇਖ ਕੇ ਪਿੰਡ ਵਿੱਚ ਜਾ ਕੇ ਗੱਲ ਕੀਤੀ। ਸੁਣ ਕੇ ਹੋਰ ਲੋਕ ਵੀ ਆ ਗਏ। ਇਹ ਵੇਖ ਕੇ ਵਿਚਾਰ ਕਰਨ ਲੱਗੇ, ਹੁਣ ਕੀ ਕਰੀਏ? ਕੋਈ ਕੁਝ ਕਹੇ, ਕੋਈ ਕੁਝ। ਅਖੀਰ ਉਹਨਾਂ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਮੰਜੇ 'ਤੇ ਪਾ ਕੇ ਕਿਤੇ ਦੂਰ ਛੱਡ ਆਓ। ਜਿਸ ਵਕਤ ਇਹ ਵਿਉਂਤ ਬਣਾਈ, ਕੁਦਰਤੀ ਬਾਬਾ ਜੀ ਨੇ ਸਮਾਧੀ ਖੋਲ੍ਹੀ ਤੇ ਉੱਠ ਕੇ ਬੈਠ ਗਏ। ਉਹ ਵੇਖ ਕੇ ਹੈਰਾਨ ਹੋ ਗਏ ਤੇ ਹੌਲੀ ਹੌਲੀ ਉੱਠ ਕੇ ਘਰਾਂ ਨੂੰ ਚਲੇ ਗਏ।
ਇਹ ਬਚਨ ਸੇਮੇ ਨਗਰ ਦੇ ਇੱਕ ਸਿੰਘ ਨੇ ਦੱਸਿਆ ਹੈ ਤੇ ਕੁਝ ਦਿਨਾਂ ਬਾਅਦ ਇੱਕ ਦਿਨ ਆਪ ਬੈਠੇ ਸਨ। ਪੀੜਾਂ ਦਾ ਮੌਕਾ ਸੀ। ਕੁਝ 5-7 ਮੁੰਡੇ ਇਕੱਠੇ ਹੋ ਕੇ ਆ ਗਏ। ਪਹਿਲਾਂ ਤਾਂ ਬੈਠੇ ਗੱਲਾਂ ਕਰਦੇ ਰਹੇ, ਫਿਰ ਕਹਿਣ ਲੱਗੇ, ਸੰਤ ਜੀ ਮੂੰਹ ਤੋਂ ਕੱਪੜਾ ਲਾ ਕੇ ਸਾਨੂੰ ਦਰਸ਼ਨ ਦਿਓ। ਤੁਸੀਂ ਹਰ ਵਕਤ ਆਪਣਾ ਮੂੰਹ ਢੱਕ ਕੇ ਕਿਉਂ ਰੱਖਦੇ ਹੋ? ਬਾਬਾ ਜੀ ਨੇ ਉੱਤਰ ਦਿੱਤਾ, ਮੂੰਹ ਤੋਂ ਕੱਪੜਾ ਉਤਾਰਨ ਦਾ ਸਮਾਂ ਨਹੀਂ ਆਇਆ। ਉਹਨਾਂ ਨੇ ਫਿਰ ਕਿਹਾ, ਨਹੀਂ ਇੱਕ ਵੇਰ ਤਾਂ ਲਾਹੋ। ਬਾਬਾ ਜੀ ਨੇ ਕਿਹਾ, ਮੂੰਹ ਤੋਂ ਕੱਪੜਾ ਲਾ ਦਿੱਤਾ ਤਾਂ ਚਾਨਣ ਹੋ ਜਾਂਦਾ ਹੈ। ਮੁੰਡੇ ਮਤਲਬ ਸਮਝ ਨਾ ਸਕੇ, ਜਿੱਦ ਪੈ ਗਏ। ਇੱਕ ਮੁੰਡੇ ਨੇ ਜ਼ਬਰਦਸਤੀ ਮੂੰਹ ਤੋਂ ਕੱਪੜਾ ਉਤਾਰ ਦਿੱਤਾ। ਉਸੇ ਵਕਤ ਹੀ ਸਾਹਮਣੇ ਪਿੜ ਪਏ ਸਨ। ਲਾਗੇ ਨੂੰ ਅੱਗ ਲੱਗ ਗਈ, ਕਿਉਂਕਿ ਬਾਬਾ ਜੀ ਦਾ ਮੁੱਖ ਪਿੜਾਂ ਵੱਲ ਹੀ ਸੀ। ਅੱਗ ਲੱਗਣ ਤੋਂ ਬਾਅਦ ਮੁੰਡੇ ਤਾਂ ਭੱਜ ਗਏ। ਜਾਂਦੇ ਜਾਂਦੇ ਪਿੜ ਵਿੱਚ ਲੋਕਾਂ ਨੂੰ ਸਭ ਨੂੰ ਦੱਸ ਵੀ ਗਏ। ਕੁਝ ਲੋਕ ਤਾਂ ਅੱਗ ਬੁਝਾਉਣ ਲੱਗੇ, ਕੁਝ ਬਾਬਾ ਜੀ ਪਾਸ ਆਏ, ਬੇਨਤੀ ਕੀਤੀ, ਮਹਾਰਾਜ ਸਾਡਾ ਪਿੰਡ ਸੜ ਜਾਏਗਾ। ਮੁੰਡਿਆਂ ਨੇ ਬਹੁਤ ਗਲਤੀ ਕੀਤੀ ਹੈ, ਮਿਹਰ ਕਰੋ, ਅੱਗ ਨੂੰ ਸ਼ਾਂਤ ਕਰੋ। ਉਸੇ ਵਕਤ ਪੱਛਮ ਦੀ ਤਰਫੋਂ ਮੀਂਹ ਹਨੇਰੀ ਯਕਦਮ ਆ ਗਿਆ। ਇਤਨੇ ਜ਼ੋਰ ਦੀ ਮੂਲਾਧਾਰ ਬਾਰਿਸ਼ ਹੋਈ, ਜੋ ਕੁਝ ਪਹਿਲੇ ਸੜ ਗਿਆ ਸੀ ਸੋ ਸੜ ਗਿਆ, ਹੋਰ ਸਭ ਕੁਝ ਬਚ ਗਿਆ। ਉਸੇ ਹਨੇਰੀ ਵਿੱਚ ਆਪ ਪਿੱਛੋਂ ਅਚਾਨਕ ਹੀ ਕਿਸੇ ਪਾਸੇ ਚਲੇ ਗਏ। ਬਾਬਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮਿਲੇ ਨਹੀਂ। ਉਸ ਤੋਂ ਕਈ ਸਾਲ ਬਾਅਦ ਭੁੱਚੋ ਆਏ ਤੇ ਦਰਸ਼ਨ ਕਰਕੇ ਪਛਾਣ ਕੀਤੀ ਕਿ ਇਹ ਤਾਂ ਉਹੀ ਸੰਤ ਹਨ। ਸਾਖੀ ਮਾਲਾ ਸਿੰਘ ਜੀ ਨਾਲ। ਜੰਡਾਂ ਵਾਲੇ ਤੇ ਜੀਂਦੇ ਦੇ ਵਿੱਚ ਕੁੱਲੀ ਵਾਲਾ ਇੱਕ ਛੱਪੜ ਸੀ। ਉੱਥੇ ਇੱਕ ਛੋਟਾ ਜਿਹਾ ਪਿੱਪਲ ਸੀ। ਸਿਰਫ ਉਸ ਉੱਤੇ 2 ਕੁ ਪੱਤੇ ਸਨ, ਹੋਰ ਸਾਰਾ ਸੁੱਕਿਆ ਹੋਇਆ ਸੀ। ਆਮ ਬੋਲਚਾਲ ਵਿੱਚ ਉਸਨੂੰ ਲੋਕ ਪਿਪਲੀ ਆਖਦੇ ਸਨ। ਉਸ ਜਗ੍ਹਾ 1 ਮਹੀਨਾ ਰਹੇ। ਉਸ ਜਗ੍ਹਾ 'ਤੇ ਇੱਕ ਬਜ਼ੁਰਗ ਜਿਸ ਦਾ ਨਾਮ ਮਾਲਾ ਸਿੰਘ ਸੀ, ਉਸਨੇ 1-2 ਵਾਰ ਪਹਿਲਾਂ ਦਰਸ਼ਨ ਕੀਤੇ ਸਨ। ਇਸੇ ਥਾਂ 'ਤੇ ਹੀ ਇੱਕ ਦਿਨ ਕੋਲ ਆ ਕੇ ਨਮਸਕਾਰ ਕੀਤੀ ਤੇ ਬੈਠ ਗਿਆ। ਬੇਨਤੀ ਕਰਨ ਲੱਗਾ, ਜੀ ਮੇਰੇ ਲਾਇਕ ਕੋਈ ਸੇਵਾ ਹੈ, ਦੱਸੋ। ਅੱਗੋਂ ਬਾਬਾ ਜੀ ਨੇ ਸੁਭਾਵਕ ਹੀ ਕਹਿ ਦਿੱਤਾ, ਸੇਵਾ ਤਾਂ ਹੈ, ਜੇ ਕਰ ਸਕਦਾ ਹੈ ਤਾਂ ਕਰ ਲੈ। ਉਸਨੇ ਕਿਹਾ, ਹੁਕਮ ਕਰੋ। ਬਾਬਾ ਜੀ ਨੇ ਕਿਹਾ, ਅਸੀਂ ਦੁੱਧ ਛਕਦੇ ਹੁੰਦੇ ਹਾਂ। ਉਸਨੇ ਕਿਹਾ, ਦੁੱਧ ਤਾਂ ਮੇਰੇ ਘਰ ਬਹੁਤ ਹੈ, ਜਿਤਨਾ ਲੋੜ ਹੋਵੇ ਹੁਕਮ ਕਰੋ, ਪਹੁੰਚ ਜਾਇਆ ਕਰੇਗਾ। ਆਪ ਜੀ ਨੇ ਲੋੜ ਮੁਤਾਬਿਕ ਦੱਸ ਦਿੱਤਾ। ਉਸਨੇ ਇਹ ਸੇਵਾ ਆਪਣੇ ਜ਼ਿੰਮੇ ਲੈ ਲਈ ਤੇ ਦੁੱਧ ਹਰ ਰੋਜ਼ ਪੁੱਜਦਾ ਰਿਹਾ। ਕਦੇ ਕਦੇ ਕੋਲ ਬੈਠ ਕੇ ਬਚਨ ਵੀ ਸੁਣਨੇ। ਮਨ ਵਿੱਚ ਕੁਝ ਭਾਵਨਾ ਵੀ ਹੋ ਗਈ, ਕਿਉਂਕਿ ਬਾਬਾ ਜੀ ਨੂੰ ਉਸਨੇ ਕਈ ਵਾਰ ਜਿਸ ਤਰ੍ਹਾਂ ਪਹਿਲੇ ਬੈਠੇ ਦੇਖਣਾ, ਜਦੋਂ ਦੁੱਧ ਲੈ ਕੇ ਆਉਣਾ, ਜਿਵੇਂ ਪਹਿਲਾਂ ਬੈਠੇ ਹੋਣਾ, ਸਾਰਾ ਦਿਨ ਉਸੇ ਤਰ੍ਹਾਂ ਹੀ ਬੈਠੇ ਰਹਿਣਾ। ਉਹ ਦਿਨ ਗਰਮੀ ਦੇ ਸਨ। ਉਸ ਇਲਾਕੇ ਵਿੱਚ ਗਰਮੀ ਵੀ ਅੱਤ ਜ਼ੋਰ ਦੀ ਪੈਂਦੀ ਸੀ। ਪਾਣੀ ਜ਼ਮੀਨ ਹੇਠਾਂ ਡੂੰਘਾ ਸੀ, ਰੇਤਲਾ ਇਲਾਕਾ ਸੀ। ਧੁੱਪ ਨਾਲ ਜ਼ਮੀਨ ਤਪ ਜਾਂਦੀ ਸੀ। ਪਰ ਬਾਬਾ ਜੀ ਉਸ ਪਿਪਲੀ ਹੇਠੋਂ ਕਿਤੇ ਹੋਰ ਥਾਂ ਜਾ ਕੇ ਨਹੀਂ ਸਨ ਬੈਠਦੇ। ਜਾਂ ਜੇ ਕਿਤੇ ਸਰੀਰ ਕਿਰਿਆ ਸੋਧਣੀ ਹੁੰਦੀ ਤਾਂ ਕੁਝ ਸਮੇਂ ਲਈ ਜਾਣਾ, ਨਹੀਂ ਤਾਂ ਜਿੱਥੇ ਪਹਿਲੇ ਦਿਨ ਵਿਰਾਜੇ ਸਨ ਉੱਥੋਂ ਨਹੀਂ ਉੱਠੇ ਸਾਰੀ ਦਿਹਾੜੀ। ਇਸੇ ਤਰ੍ਹਾਂ ਮਸਤੀ ਵਿੱਚ ਬੈਠਿਆਂ ਨੇ ਹੀ ਲੰਘਾ ਲੈਣੀ। ਮਾਲਾ ਸਿੰਘ ਨੇ ਵੇਖਣਾ ਤੇ ਬਹੁਤ ਹੈਰਾਨ ਹੋ ਜਾਣਾ, ਇਹਨਾਂ ਨੂੰ ਗਰਮੀ ਨਹੀਂ ਲੱਗਦੀ, ਸਾਰਾ ਦਿਨ ਬੈਠੇ ਅੱਕਦੇ ਥੱਕਦੇ ਨਹੀਂ। ਇੱਕ ਦਿਨ ਹੌਸਲਾ ਕਰਕੇ ਪੁੱਛ ਹੀ ਲਿਆ, ਮਹਾਰਾਜ ਤੁਸੀਂ ਸਾਰਾ ਦਿਨ ਗਰਮੀ ਵਿੱਚ ਹੀ ਰਹਿੰਦੇ ਹੋ, ਇੱਕ ਥਾਂ ਉੱਥੇ ਹੀ ਬੈਠੇ ਰਹਿੰਦੇ ਹੋ। ਅੱਗੋਂ ਉੱਤਰ ਦਿੱਤਾ, ਮਾਲਾ ਸਿਆਂ ਗਰਮੀ ਸਰਦੀ ਨਾਲ ਕੋਈ ਸੰਬੰਧ ਨਹੀਂ, ਸਰੀਰ ਨਾਲ ਵੀ ਕੋਈ ਸੰਬੰਧ ਨਹੀਂ ਹੈ। ਇਹ ਬਚਨ ਸੁਣ ਤਾਂ ਲਿਆ ਪਰ ਸਮਝ ਨਾ ਆਈ, ਚੁੱਪ ਰਿਹਾ। ਪਰ ਬਾਬਾ ਜੀ ਨੇ ਬਚਨ ਕੀਤਾ, ਮਾਲਾ ਸਿਆਂ ਕੱਲ੍ਹ ਨੂੰ ਸਾਡੇ ਕੋਲ ਆਈ ਤੇ ਸਾਰਾ ਦਿਨ ਤੈਨੂੰ ਇੱਥੇ ਹੀ ਰੱਖਾਂਗੇ, ਹੁਣ ਤੂੰ ਜਾ। ਅਗਲੇ ਦਿਨ ਸਵੇਰੇ ਦੁੱਧ ਲੈ ਕੇ ਆਇਆ ਤਾਂ ਬਾਬਾ ਜੀ ਨੇ ਦੁੱਧ ਛਕ ਲਿਆ ਤੇ ਬੋਲੇ, ਮਾਲਾ ਸਿਆਂ ਵਾਹਿਗੁਰੂ ਵਾਹਿਗੁਰੂ ਜੱਪੀ ਚੱਲ, ਅਤੇ ਹੱਥ ਦਾ ਇਸ਼ਾਰਾ ਕਰਕੇ ਬੋਲੇ, ਉੱਥੇ ਬੈਠ ਜਾ। 7 ਬਚਨ ਕਹਿ ਕੇ ਬੈਠ ਗਿਆ। ਨਾਲ ਹੀ ਕਿਹਾ, ਜਦੋਂ ਬੁਲਾਈਏ ਉਦੋਂ ਬੋਲੀ, ਉਦੋਂ ਹੀ ਉੱਥੋਂ ਉੱਠੀ। ਬਸ ਬੈਠਣ ਦੀ ਦੇਰ ਸੀ। ਫਿਰ ਉਦੋਂ ਪਤਾ ਲੱਗਾ ਜਦੋਂ ਬਾਬਾ ਜੀ ਨੇ ਕੋਲ ਆ ਕੇ ਆਵਾਜ਼ ਦਿੱਤੀ ਤਾਂ ਉਸਨੂੰ ਪਤਾ ਲੱਗਾ ਕਿ ਸੂਰਜ ਛਿਪ ਰਿਹਾ ਹੈ। ਹੈਰਾਨ ਹੋ ਕੇ ਬੋਲਿਆ, ਸਾਰਾ ਦਿਨ ਲੰਘ ਗਿਆ। ਬਾਬਾ ਜੀ ਨੇ ਹੱਸ ਕੇ ਕਿਹਾ, ਤੈਨੂੰ ਗਰਮੀ ਨਹੀਂ ਲੱਗੀ? ਤੇਰਾ ਸਾਰਾ ਦਿਨ ਕਿਵੇਂ ਲੰਘਿਆ? ਮਾਲਾ ਸਿੰਘ ਬੋਲਿਆ, ਅਜੇ ਕੁਝ ਪਤਾ ਹੀ ਨਹੀਂ ਲੱਗਾ। ਬਾਬਾ ਜੀ ਨੇ ਕਿਹਾ ਕਿ ਕੱਲ੍ਹ ਜੋ ਤੈਨੂੰ ਦੱਸਿਆ ਸੀ ਅੱਜ ਵਿਖਾ ਦਿੱਤਾ ਹੈ। ਸੁਣ ਕੇ ਮਾਲਾ ਸਿੰਘ ਦਾ ਸਿਰ ਝੁਕ ਗਿਆ। ਸਿਰਫ ਇਤਨੀ ਗੱਲ ਹੀ ਮੂੰਹੋਂ ਨਿਕਲੀ, ਤੁਹਾਡੀਆਂ ਤੁਸੀਂ ਹੀ ਜਾਣੋ। ਉਸ ਦਿਨ ਤੋਂ ਭਰੋਸਾ ਹੋਰ ਵੀ ਪੱਕਾ ਹੋ ਗਿਆ। ਸੇਵਾ ਹੋਰ ਵੀ ਖੁਸ਼ੀ ਨਾਲ ਕਰਦਾ ਰਿਹਾ। ਚੋਰਾਂ ਤੋਂ ਸਾਥ। ਬਾਬਾ ਜੀ ਜੰਡਾਂ ਵਾਲੇ ਤੋਂ ਅਜੇ ਟਿਕੇ ਹੋਏ ਸਨ ਕਿ ਇੱਥੋਂ ਇੱਕ ਕੋਈ ਪ੍ਰੇਮੀ ਆਇਆ। 1-2 ਦਿਨ ਤਾਂ ਦੂਰੋਂ ਵੇਖ ਕੇ ਚਲਾ ਜਾਇਆ ਕਰੇ, ਪਰ ਇੱਕ ਦਿਨ ਕੋਲ ਆਇਆ, ਨਮਸਕਾਰ ਕਰਕੇ ਬੈਠ ਗਿਆ। ਬਾਬਾ ਜੀ ਉਸ ਵਕਤ ਦੁੱਧ ਛਕ ਰਹੇ ਸਨ। ਮਾਲਾ ਸਿੰਘ ਵੀ ਬੈਠਾ ਹੋਇਆ ਸੀ। ਦੁੱਧ ਛਕਣ ਤੋਂ ਬਾਅਦ ਬਾਬਾ ਜੀ ਨੇ ਉਸਨੂੰ ਪੁੱਛਿਆ, ਕੀ ਨਾਮ ਹੈ, ਕਿੱਥੋਂ ਆਇਆ ਹੈ, ਕੀ ਕੰਮ ਕਰਦਾ ਹੈ? ਉਸਨੇ ਸੱਚ ਦੱਸ ਦਿੱਤਾ, ਮੇਰਾ ਨਾਮ ਹਰੀ ਸਿੰਘ ਹੈ, ਪਿੰਡ ਮਾਝੇ ਵਿੱਚ ਹੈ, ਜੰਬਰ। ਫਿਰ ਬੋਲਿਆ, ਜੇ ਜਿੰਨੇ ਮਾੜੇ ਕੰਮ ਸਭ ਕੀਤੇ ਹਨ,
ਹੁਣ ਅਖੀਰ ਨੂੰ ਘਰ ਛੱਡਣਾ ਹੀ ਪਿਆ। ਘਰ ਵਾਲਿਆਂ ਪਿੰਡ ਵਾਲਿਆਂ ਸਭ ਨੇ ਧੱਕਾ ਦਿੱਤਾ। ਕੋਈ ਥਾਂ ਨਹੀਂ ਰਹੀ। ਬਾਹਰ ਫਿਰ ਤੁਰ ਕੇ ਗੁਜ਼ਾਰਾ ਕਰਦਾ ਹਾਂ। ਬਾਬਾ ਜੀ ਸੁਣ ਕੇ ਬੋਲੇ, ਇੱਥੋਂ ਚਲਾ ਜਾ। ਉਸ ਦਿਨ ਤਾਂ ਉਹ ਚਲਾ ਗਿਆ। ਅਗਲੇ ਦਿਨ ਫੇਰ ਆ ਗਿਆ। ਬਾਬਾ ਜੀ ਵੇਖ ਕੇ ਕਹਿਣ ਲੱਗੇ, ਬਈ ਤੂੰ ਫੇਰ ਆ ਗਿਆ। ਉਸਨੇ ਕਿਹਾ, ਮਹਾਰਾਜ ਕੱਲ੍ਹ ਮੈਂ ਜਿਤਨੀ ਦੇਰ ਤੁਹਾਡੇ ਕੋਲ ਬੈਠਾ ਰਿਹਾ ਮੇਰੇ ਮਨ ਨੂੰ ਕੁਝ ਸ਼ਾਂਤੀ ਰਹੀ, ਪਰ ਜਿਸ ਵੇਲੇ ਚਲਾ ਗਿਆ ਉਹੀ ਭਟਕਣਾ, ਫਿਕਰ, ਚਿੰਤਾ ਨੇ ਘੇਰਾ ਪਾ ਲਿਆ। ਮਜਬੂਰ ਹੋ ਕੇ ਫਿਰ ਇੱਧਰ ਨੂੰ ਆਉਣਾ ਪਿਆ। ਬਾਬਾ ਜੀ ਕਹਿਣ ਲੱਗੇ, ਤੂੰ ਇੱਥੇ ਨਹੀਂ ਰਹਿਣਾ। ਇੱਕ ਵਾਰ ਦਰਸ਼ਨ ਕਰਕੇ ਮੁੜ ਜਾਇਆ ਕਰ। ਕਈ ਦਿਨ ਤਾਂ ਦਰਸ਼ਨ ਕਰਕੇ ਮੁੜ ਜਾਂਦਾ ਰਿਹਾ। ਹੌਲੀ ਹੌਲੀ ਜਿਵੇਂ ਜਿਵੇਂ ਦਰਸ਼ਨ ਕਰਦਾ ਰਿਹਾ ਤਿਵੇਂ ਤਿਵੇਂ ਮਨ ਕੁਝ ਸੁੱਖ ਮਹਿਸੂਸ ਕਰਦਾ ਰਿਹਾ। ਅਖੀਰ ਨੂੰ ਇੱਕ ਦਿਨ ਦਰਸ਼ਨ ਕਰਨ ਆਇਆ ਤੇ ਰੋਣ ਲੱਗ ਪਿਆ। ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮਨ ਨੂੰ ਸ਼ਾਂਤੀ ਬਖਸ਼ੋ। ਮੇਰੇ ਦੁੱਖਾਂ ਦਾ ਇਲਾਜ ਤੁਹਾਡੇ ਪਾਸ ਹੈ। ਜਿੰਨਾ ਚਿਰ ਮੈਂ ਇੱਥੇ ਰਹਿੰਦਾ ਹਾਂ ਠੀਕ ਹੈ, ਦੂਜੀ ਥਾਂ 'ਤੇ ਫਿਰ ਉਹੀ ਹਾਲਤ ਹੁੰਦੀ ਹੈ। ਫਿਰ ਉਸਨੇ ਆਪਣੀ ਜ਼ਿੰਦਗੀ ਜਿਤਨੇ ਪਿੱਛੇ ਜਿਵੇਂ ਜਿਵੇਂ ਗੁਜ਼ਰੀ, ਜੋ ਜੋ ਕੁਝ ਕੀਤਾ ਸਭ ਕੁਝ ਸੱਚੋ ਸੱਚ ਦੱਸ ਦਿੱਤਾ। ਅਖੀਰ ਰੋਂਦੇ ਹੋਏ ਨੇ ਬੇਨਤੀ ਕੀਤੀ, ਜੀ ਹੁਣ ਚਾਹੇ ਮਾਰੋ, ਚਾਹੋ ਰੱਖੋ, ਚਾਹੇ ਛੱਡੋ, ਮੈਂ ਕਿਤੇ ਨਹੀਂ ਜਾਣਾ। ਤਰਸ ਆ ਗਿਆ। ਕਹਿਣ ਲੱਗੇ, ਕੁਝ ਪੜ੍ਹਿਆ ਹੈ? ਉਹ ਬੋਲਿਆ, ਜੀ ਮਾੜੀ ਮੋਟੀ ਗੁਰਮੁਖੀ ਆਉਂਦੀ ਹੈ, ਹੋਰ ਕੁਝ ਨਹੀਂ। ਫਿਰ ਉਸਨੂੰ ਪਹਿਲੀ ਪੌੜੀ ਦਾ ਪਾਠ ਸਿਖਾ ਕੇ ਬੋਲੇ, ਇਸਨੂੰ ਜਪਿਆ ਕਰ ਹਰ ਵੇਲੇ। ਜਿੰਨਾ ਜਪੇਂਗਾ ਉਤਨਾ ਹੀ ਮਨ ਨੂੰ ਸੁੱਖ ਮਿਲੇਗਾ। ਇਸੇ ਵਿੱਚ ਹੀ ਸਭ ਕੁਝ ਹੈ ਤੇ ਜਿਹੜੀ ਤੇਰੇ ਮਨ ਨੂੰ ਭਟਕਣਾ ਹੈ ਉਹ ਵੀ ਮੁੱਕ ਜਾਏਗੀ। ਜਿਵੇਂ ਮਨ ਨੂੰ ਆਰਾਮ ਆਏਗਾ, ਮਨ ਬੁਰੇ ਕੰਮ ਛੱਡ ਜਾਏਗਾ। ਨਾਮ ਜਪੀ ਚੱਲ, ਇਸ ਨੂੰ ਨਹੀਂ ਭੁੱਲਣਾ, ਜਿੱਥੇ ਮਰਜ਼ੀ ਹੋਵੇ ਰਹੋ। ਉਸਨੇ ਪਾਸ ਰਹਿਣ ਦੀ ਬੇਨਤੀ ਕੀਤੀ। ਆਪ ਬੋਲੇ, ਅਜੇ ਅਸੀਂ ਕਿਤੇ ਟਿਕਣਾ ਨਹੀਂ। ਕੋਈ ਸਮਾਂ ਆਇਆ ਤਾਂ ਫਿਰ ਮੇਲ ਹੋ ਜਾਏਗਾ। ਮੇਲ ਹੋਏਗਾ ਜ਼ਰੂਰ, ਪਰ ਅਜੇ ਨਹੀਂ। ਫਿਰ ਉਸਨੂੰ ਖੁਸ਼ੀ ਨਾਲ ਤੋਰ ਦਿੱਤਾ। ਜਿਸ ਸਮੇਂ ਬਾਬਾ ਆਨੰਦ ਸਿੰਘ ਜੀ ਭੁੱਚੋ ਆਉਣ ਜਾਣ ਲੱਗੇ ਤੇ ਮਾਝੇ ਚੱਕਰ ਲਾਇਆ, ਉਸ ਸਮੇਂ ਉਹ ਪ੍ਰੇਮੀ ਵੀ ਬਾਬਾ ਜੀ ਨਾਲ ਭੁੱਚੋ ਦਰਸ਼ਨ ਕਰਨ ਆਇਆ ਤੇ ਫਿਰ ਕੁਝ ਸਮਾਂ ਇੱਥੇ ਰਹਿ ਕੇ ਲੰਗਰ ਦੀ ਸੇਵਾ ਕਰਦਾ ਰਿਹਾ। ਪੁੱਤਰਾਂ ਦੀ ਜੋੜੀ ਬਖਸ਼ਣੀ। ਸੋ ਮਹਾਂਪੁਰਖ 1 ਮਹੀਨਾ ਇੱਥੇ ਰਹੇ। ਜਦੋਂ ਤੁਰਨ ਦਾ ਸਮਾਂ ਆਇਆ ਤਾਂ ਮਾਲਾ ਸਿੰਘ ਨੂੰ ਬੋਲੇ, ਮਾਲਾ ਸਿੰਘ ਸਾਡੀ ਹੁਣ ਤਿਆਰੀ ਹੈ। ਮਾਲਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤਾਂ ਸੇਵਾ ਕਰਨ ਦਾ, ਸੰਗਤ ਕਰਨ ਦਾ ਪਤਾ ਹੀ ਹੋਣ ਲੱਗਾ, ਤੁਸੀਂ ਤਿਆਰ ਵੀ ਹੋ ਗਏ ਹੋ। ਬਾਬਾ ਜੀ ਨੇ ਬਚਨ ਕੀਤਾ, ਮਾਲਾ ਸਿੰਘ ਤੇਰੀ ਸੇਵਾ ਮਨਜ਼ੂਰ ਹੈ, ਅਸੀਂ ਤੇਰੇ 'ਤੇ ਪ੍ਰਸੰਨ ਹਾਂ, ਜੋ ਇੱਛਾ ਹੈ ਮੰਗ ਲੈ। ਉਸਨੇ ਬੇਨਤੀ ਕੀਤੀ, ਚਿੱਤ ਤਾਂ ਸੇਵਾ ਕਰਨ ਨੂੰ ਹੀ ਕਰਦਾ ਹੈ, ਕਿਉਂਕਿ ਸੇਵਕ ਕਦੇ ਵਿਛੜਨਾ ਨਹੀਂ ਚਾਹੁੰਦਾ। ਅੰਤਰਜਾਮੀ ਉਹਦੇ ਮਨ ਨੂੰ ਸਮਝ ਕੇ ਕਹਿਣ ਲੱਗੇ, ਤੇਰੇ ਪੁੱਤਰ ਕੋਈ ਹੈ ਕਿ ਨਹੀਂ? ਉਹ ਚੁੱਪ ਰਿਹਾ, ਕਿਉਂਕਿ ਵੱਡੀ ਉਮਰ ਹੋਣ ਕਰਕੇ ਸ਼ਰਮ ਕਰਦਾ ਸੀ। ਬਾਬਾ ਜੀ ਨੇ ਆਪ ਬਚਨ ਕੀਤਾ, ਤੇਰੇ ਘਰ 2 ਪੁੱਤਰ ਹੋਣਗੇ। ਇੱਕ ਦਾ ਨਾਮ ਬਚਨ ਸਿੰਘ ਤੇ ਦੂਜੇ ਦਾ ਨਾਮ ਰਤਨ ਸਿੰਘ ਰੱਖੀ। ਇਹ ਬਚਨ ਸੱਤ ਹੋਇਆ। 2 ਹੀ ਪੁੱਤਰ ਹੋਏ ਤੇ 1 ਲੜਕੀ, ਜਿਸ ਦਾ ਨਾਮ ਇੰਦ ਕੌਰ ਸੀ। ਨਾਲ ਹੀ ਬਚਨ ਕੀਤਾ, ਜਿਹੜੀ ਤੂੰ ਸਾਡੀ ਸੇਵਾ ਮੰਗੀ ਹੈ ਇਹ ਤੇਰੀ ਨੂੰਹ ਅਤੇ ਪੋਤਰਾ ਕਰਨਗੇ। ਉਹਨਾਂ ਨੂੰ ਵਕਤ ਮਿਲੇਗਾ ਅਤੇ ਤੈਨੂੰ ਜੋ ਵਾਹਿਗੁਰੂ ਸ਼ਬਦ ਦੱਸਿਆ ਹੈ ਤੂੰ ਉਸ ਦਾ ਪਾਠ ਭਜਨ ਕਰਦਾ ਰਹੀਂ। ਤੇਰਾ ਲੋਕ ਪਰਲੋਕ ਵਿੱਚ ਗੁਰੂ ਨਾਨਕ ਸਹਾਈ ਹੋਵੇਗਾ। ਤੈਨੂੰ ਸਭ ਕੁਝ ਮਿਲ ਗਿਆ ਹੈ, ਹੁਣ ਕੋਈ ਫਿਕਰ ਚਿੰਤਾ ਨਾ ਕਰ। ਇਉਂ ਬਚਨ ਕਰਕੇ ਆਪਣੇ ਮਾਲਕ ਦੀ ਰਜ਼ਾ ਵਿੱਚ ਕਿਸੇ ਹੋਰ ਦਿਸ਼ਾ ਨੂੰ ਚਲੇ ਗਏ। ਭੋਲੂ ਵਾਲਾ। ਇੱਥੋਂ ਚੱਲ ਕੇ ਦੂਸਰੀ ਜਗ੍ਹਾ ਜੰਡਾਂ ਵਾਲੇ ਖਿਆਲੀ ਵਾਲੇ ਪਾਸੇ ਭੋਲੂ ਆਣਾ ਨਾਮ ਦਾ ਛੱਪੜ ਸੀ। ਉੱਥੇ ਜੰਡ ਹੇਠ ਨਿਵਾਸ ਕੀਤਾ ਅਤੇ ਇੱਕ ਸਿੰਘ ਜਿਸ ਦਾ ਨਾਮ ਗੁਰਦਿਆਲ ਸਿੰਘ ਸੀ, ਉਹ ਦੁੱਧ ਆਦਿ ਛਕਾਉਣ ਦੀ ਸੇਵਾ ਕਰਦਾ ਰਿਹਾ। ਇੱਕ ਦਿਨ ਬਾਬਾ ਜੀ ਨੇ ਬਚਨ ਕੀਤਾ, ਗੁਰਦਿਆਲ ਸਿੰਘ ਕਿਸੇ ਚੀਜ਼ ਦੀ ਇੱਛਾ ਹੈ ਤਾਂ ਮੰਗ ਲੈ। ਉਸਨੇ ਬੇਨਤੀ ਕੀਤੀ, ਮਹਾਰਾਜ ਕੋਈ ਇੱਛਾ ਨਹੀਂ ਹੈ, ਮੈਂ ਤਾਂ ਤੁਹਾਡਾ ਦਰਸ਼ਨ ਕਰਕੇ ਹੀ ਆਨੰਦ ਹੋ ਜਾਂਦਾ ਹਾਂ, ਕੁਝ ਮੰਗਣ ਨੂੰ ਦਿਲ ਹੀ ਨਹੀਂ ਕਰਦਾ। ਸੋ ਇਸ ਤਰ੍ਹਾਂ ਉਸਨੂੰ ਕਈ ਵਾਰ ਬਚਨ ਕੀਤਾ, ਪਰ ਉਸਨੇ ਮੰਗਿਆ ਕੁਝ ਨਹੀਂ। ਅਖੀਰ ਨੂੰ ਬਾਬਾ ਜੀ ਕਹਿਣ ਲੱਗੇ, ਗੁਰਦਿਆਲ ਸਿੰਘ ਤੂੰ ਨਾਮ ਜਪਿਆ ਕਰ। ਉਹ ਬੋਲਿਆ, ਜੀ ਮੈਂ ਪੜ੍ਹਿਆ ਕੁਝ ਵੀ ਨਹੀਂ। ਬਚਨ ਹੋਇਆ ਕਿ ਬਹੁਤੇ ਪੜ੍ਹੇ ਹੋਏ ਦੀ ਲੋੜ ਨਹੀਂ। ਉਸਨੂੰ ਮੂਲ ਮੰਤਰ ਦਾ ਜਾਪ ਦੱਸਿਆ ਤੇ ਬੋਲੇ, ਇਸ ਨੂੰ ਜਪਿਆ ਕਰ, ਉੱਠਦਾ ਬੈਠਦਾ ਸੌਂਦਾ ਜਾਗਦਾ ਸਦਾ ਜਪਿਆ ਕਰ। ਇਹੋ ਨਾਮ ਹੈ ਅਤੇ ਇਸ ਨੂੰ ਜਪਣ ਨਾਲ ਸਭ ਫਲ ਮਿਲਦੇ ਹਨ। ਜਿਸ ਵਕਤ ਜੀਵ ਦੇ ਪੁੰਨ ਜਾਗਦੇ ਹਨ ਤਾਂ ਮਹਾਂਪੁਰਖ ਦੀ ਸੰਗਤ ਮਿਲਦੀ ਹੈ। ਉਸ ਤੋਂ ਵੀ ਵੱਡੇ ਪੁੰਨ ਹੋਣ ਤਾਂ ਫਿਰ ਮਹਾਂਪੁਰਖ ਤੋਂ ਦੁਨਿਆਵੀ ਪਦਾਰਥ ਜੀਵ ਨਹੀਂ ਮੰਗਦਾ। ਫਿਰ ਉਸ ਨੂੰ ਪ੍ਰਾਪਤੀ ਹੁੰਦੀ ਹੈ ਅਸਲੀ ਧਨ ਦੀ। ਪਰਮੇਸ਼ਵਰ ਦਾ ਨਾਮ ਇਹ ਵੱਡੇ ਭਾਗਾਂ ਵਾਲੇ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ।